ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਸ਼ਮੀਨ ਕੌਰ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਸ਼ੁਰੂ ਕਰਾਂਗੇ ਅੱਜ ਦੀਆਂ ਖਬਰਾਂ ਦਾ ਖਾਸ ਸਿਲਸਿਲਾ, ਪਰ ਉਹ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਤਾਜ਼ੀਆਂ ਹੈਡਲਾਈਨਸ ਤੇ। ਕੈਨੇਡੀਅਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਰੱਦ ਹੋਣ ਦਾ ਸਿਲਸਿਲਾ। ਅਰਜ਼ੀ ਨੂੰ ਅਸਵੀਕਾਰ ਕਰਨ ਦੇ ਫੈਸਲੇ ਨੂੰ ਦਿੱਤੀ ਜਾ ਸਕਦੀ ਹੈ ਚੁਣੌਤੀ। ਰਿਹਾਇਸ਼ ਲਈ ਮਨਜ਼ੂਰੀਆਂ ਨੂੰ ਕੀਤਾ ਜਾਵੇਗਾ ਤੇਜ਼। ਪ੍ਰੀਮੀਅਰ ਡੇਵਿਡ ਐਬੀ ਨੇ ਕੀਤਾ ਵਾਅਦਾ। ਗ੍ਰਾਹਕ ਦੀ ਪਛਾਣ ਪ੍ਰਾਪਤ ਕਰਨ ਉੱਤੇ ਵੱਡੀ ਚਰਚਾ। ਕਿਹਾ ਪੁਲਿਸ ਨੂੰ ਅਦਾਲਤ ਦੀ ਲੈਣੀ ਚਾਹੀਦੀ ਹੈ ਮਨਜ਼ੂਰੀ। ਲੋਕਾਂ ਨੂੰ ਡੀਜ਼ਲ ਤੋਂ ਦੂਰ ਰੱਖਣ ਲਈ ਸਰਕਾਰ ਦੀ ਪਹਿਲਕਦਮੀ। ਬਦਲਾਅ ਲਾਉਣ ਲਈ ਦਿੱਤਾ ਜਾ ਰਿਹਾ $7 ਮਿਲੀਅਨ। 2023 ਵਿੱਚ ਸਰੀ ਦੇ ਟੈਕਸ ਦਾਤਾਵਾਂ ਲਈ ਜੀਵਨ ਹੋਵੇਗਾ ਮਹਿੰਗਾ। ਵੱਧ ਸਕਦੀਆਂ ਨੇ ਰਹਿੰਦ-ਖੂਹੰਦ ਦੀਆਂ ਉਪਯੋਗਤਾ ਦਰਾਂ। ਰੁਖ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ। ਕੈਨੇਡੀਅਨ ਇਮੀਗ੍ਰੇਸ਼ਨ ਅਰਜ਼ੀਆਂ ਦੇ ਰੱਦ ਹੋਣ ਦਾ ਸਿਲਸਿਲਾ ਹੁਣ ਤੱਕ ਜਾਰੀ ਹੈ, ਜਿਸ ਕਾਰਨ ਕਾਫੀ ਹੁਨਰਮੰਦ ਉਮੀਦਵਾਰ ਪਿੱਛੇ ਰਹਿ ਜਾ ਰਹੇ ਨੇ। ਪਰ IRCC ਨੇ ਕੁਝ ਵੱਡੇ ਬਦਲਾਵ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਰਾਹੀਂ ਕੈਂਡੀਡੇਟ ਇਮੀਗ੍ਰੇਸ਼ਨ ਅਧਿਕਾਰੀ ਦੁਆਰਾ ਦਿੱਤੇ ਗਏ ਫੈਸਲੇ ਨੂੰ ਚੁਣੌਤੀ ਦੇ ਸਕਦਾ ਹੈ। ਇਹ ਜਾਣਨਾ ਵਿਨਾਸ਼ਕਾਰੀ ਹੋ ਸਕਦਾ ਹੈ ਕਿ ਕੈਨੇਡਾ ਲਈ ਅਸਥਾਈ ਜਾਂ ਅਸਥਾਈ ਨਿਵਾਸੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ। ਖੁਸ਼ਕਿਸਮਤੀ ਨਾਲ ਇੱਕ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਦੁਆਰਾ ਅਰਜ਼ੀ ਨੂੰ ਅਸਵੀਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ, ਜੇਕਰ ਇਹ ਫੈਸਲਾ ਅਸਲ ਵਿੱਚ ਜਾਂ ਕਾਨੂੰਨ ਵਿੱਚ ਗਲਤ ਹੈ, ਜਾਂ ਅਧਿਕਾਰੀਆਂ ਨੂੰ ਪੇਸ਼ ਕੀਤੇ ਗਏ ਤੱਥਾਂ ਅਤੇ ਫਾਈਲ ਦੀ ਗੁਣਵੱਤਾ ਦੇ ਸੰਬੰਧ ਵਿੱਚ ਇਹ ਗੈਰ ਵਾਜਬ ਸੀ। ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਦੁਆਰਾ ਲਏ ਗਏ ਸਾਰੇ ਫੈਸਲੇ ਜੋ ਕਿਸੇ ਅਰਜ਼ੀ ਨੂੰ ਪ੍ਰਭਾਵਿਤ ਕਰਦੇ ਹਨ, ਫੈਡਰਲ ਕੋਰਟ ਵਿੱਚ ਪੇਸ਼ ਕੀਤੇ ਜਾ ਸਕਦੇ ਨੇ, ਜੋ ਪਹਿਲਾਂ ਇਹ ਫੈਸਲਾ ਕਰੇਗੀ ਕਿ ਕੇਸ ਸੁਣਵਾਈ ਦੇ ਯੋਗ ਹੈ ਜਾਂ ਕਿ ਇਸ ਕਾਨੂੰਨ ਦਾ ਇੱਕ ਮਹੱਤਵਪੂਰਨ ਸਵਾਲ ਖੜਾ ਕਰਦਾ ਹੈ। ਇੱਕ ਕੰਮ ਜਾਂ ਅਧਿਐਨ ਪਰਮਿਟ ਦੀ ਅਰਜ਼ੀ ਹੋ ਸਕਦੀ ਹੈ ਜੋ ਇਸ ਦੀ ਪ੍ਰਵਾਨਗੀ ਦੇ ਹੱਕ ਵਿੱਚ ਹੋਣ ਵਾਲੇ ਠੋਸ ਸਬੂਤਾਂ ਦੇ ਬਾਵਜੂਦ ਇਨਕਾਰ ਕਰ ਦਿੱਤੀ ਜਾਂਦੀ ਹੈ। ਸਥਾਈ ਨਿਵਾਸ ਲਈ ਅਰਜ਼ੀ ਦੇ ਇਨਕਾਰ ਦਾ ਵੀ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਅੱਗੇ ਮੁਕਾਬਲਾ ਕੀਤਾ ਜਾ ਸਕਦਾ ਹੈ, ਇਨਕਾਰ ਕੀਤੇ ਸਪਾਂਸਰਸ਼ਿਪ ਦੇ ਮਾਮਲੇ ਵਿੱਚ। ਸਥਾਈ ਨਿਵਾਸ ਅਰਜ਼ੀ ਦੇ ਇਨਕਾਰ ਦਾ ਵੀ ਸੰਘੀ ਅਦਾਲਤ ਦੇ ਸਾਹਮਣੇ ਮੁਕਾਬਲਾ ਕੀਤਾ ਜਾ ਸਕਦਾ ਹੈ, ਜਿਵੇਂ ਕਿ ਇੱਕ ਅਸਵੀਕਾਰ ਕੀਤੇ ਹੁਨਰਮੰਦ ਵਰਕਰ ਦੀ ਅਰਜ਼ੀ ਲਈ ਕੇਸ ਹੋਵੇਗਾ। ਜੇਕਰ ਕਿਸੇ ਖਾਸ ਸਥਿਤੀ ਵਿੱਚ ਲੋੜੀਂਦਾ ਹੈ ਤਾਂ ਕੋਈ ਮੁੜ ਵਿਚਾਰ ਪੱਤਰ ਵਿੱਚ ਮਦਦ ਲਈ ਕੈਨੇਡੀਅਨ ਇਮੀਗ੍ਰੇਸ਼ਨ ਵਕੀਲ ਨੂੰ ਨਿਯੁਕਤ ਕਰ ਸਕਦਾ ਹੈ। ਜੇਕਰ ਇਨਕਾਰ ਅਸਲ ਵਿੱਚ ਜਾਂ ਕਾਨੂੰਨ ਵਿੱਚ ਇੱਕ ਗਲਤੀ ਉੱਤੇ ਆਧਾਰਿਤ ਸੀ ਅਤੇ ਪ੍ਰਕਿਰਿਆਤਮਕ ਨਿਰਪੱਖਤਾ ਦੇ ਸਿਧਾਂਤਾਂ ਦੇ ਅਨੁਸਾਰ ਨਹੀਂ ਸੀ, ਤਾਂ ਇੱਕ ਵਕੀਲ ਕੈਨੇਡੀਅਨ ਵੀਜ਼ਾ ਦਫ਼ਤਰ ਦੇ ਪ੍ਰੋਗਰਾਮ ਮੈਨੇਜਰ ਨੂੰ ਗਲਤੀਆਂ ਨੂੰ ਦਰਸਾਉਣ ਲਈ ਅਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਨ ਲਈ ਇੱਕ ਪੱਤਰ ਲਿਖ ਸਕਦਾ ਹੈ। ਤੇ ਉਦੋਂ ਬਾਅਦ ਜੇਕਰ ਕੋਈ ਜਵਾਬ ਨਹੀਂ ਮਿਲਦਾ ਜਾਂ ਕੋਈ ਨਕਾਰਾਤਮਕ ਜਵਾਬ ਪ੍ਰਾਪਤ ਨਹੀਂ ਹੁੰਦਾ, ਤਾਂ ਇੱਕ ਵਕੀਲ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਵਿੱਚ ਮਦਦ ਕਰ ਸਕਦਾ ਹੈ ਜੇਕਰ ਕੇਸ ਦੀ ਪੈਰਵੀ ਕਰਨ ਯੋਗ ਜਾਪਦਾ ਹੈ। ਸੰਘੀ ਪੱਧਰ ਉੱਤੇ IRCC ਦੁਆਰਾ ਰੱਦ ਕੀਤੇ ਗਏ ਬੈਂਕਾਰਾਂ ਲਈ ਸਹਾਰਾ ਆਮ ਤੌਰ ਉੱਤੇ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਜਾਂ ਫੈਡਰਲ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਉੱਥੇ ਹੀ ਪ੍ਰੀਮੀਅਰ ਡੇਵਿਡ ਐਬੀ ਦਾ ਕਹਿਣਾ ਹੈ ਕਿ ਰਿਹਾਇਸ਼ੀ ਮਨਜ਼ੂਰੀਆਂ ਨੂੰ ਤੇਜ਼ੀ ਨਾਲ ਪ੍ਰੋਸੈਸ ਕੀਤਾ ਜਾਏਗਾ। ਉਹਨਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਨਵੇਂ ਆ ਰਹੇ ਲੋਕਾਂ ਲਈ ਇਹ ਫੈਸਲਾ ਬੇहद ਜ਼ਰੂਰੀ ਹੈ। ਸੂਬਾ ਰਿਹਾਇਸ਼ ਲਈ ਆਪਣੀਆਂ ਮਨਜ਼ੂਰੀਆਂ ਨੂੰ ਤੇਜ਼ ਕਰਨ ਦਾ ਵਾਅਦਾ ਕਰਦਾ ਹੈ। ਪ੍ਰੀਮੀਅਰ ਡੇਵਿਡ ਐਬੀ ਨੇ ਪ੍ਰੋਵਿੰਸ਼ੀਅਲ ਹਾਊਸਿੰਗ ਪਰਮਿਟ ਨੂੰ ਇੱਕ ਵਿੰਡੋ ਐਪਲੀਕੇਸ਼ਨ ਸਕੀਮ ਨਾਲ ਸੁਚਾਰੂ ਬਣਾਉਣ ਦਾ ਵਾਅਦਾ ਕੀਤਾ ਹੈ, ਜਿਸ ਦਾ ਉਦੇਸ਼ ਇੱਕ ਪ੍ਰਕਿਰਿਆ ਨੂੰ ਨਾਟਕੀ ਢੰਗ ਨਾਲ ਘਟਾਉਣਾ ਹੈ, ਜਿਸ ਵਿੱਚ 2 ਸਾਲ ਲੱਗ ਸਕਦੇ ਹਨ। ਉਹ ਜਲ, ਭੂਮੀ ਅਤੇ ਸੰਸਾਧਨ ਪ੍ਰਬੰਧਕੀ ਮੰਤਰੀ ਨਾਥਨ ਕਲੇਨ ਨੂੰ ਨਦੀਆਂ ਦੇ ਨਾਲ-ਨਾਲ ਰਿਪੋਰੀਆਂ ਜ਼ੋਨਾਂ ਵਿੱਚ ਪ੍ਰਵਾਨਗੀਆਂ, ਪਾਣੀ ਦੇ ਲਾਇਸੈਂਸਾਂ, ਸੜਕਾਂ ਦੇ ਰੈਜ਼ੋਨਿੰਗ ਅਤੇ ਵਿਰਾਸਤੀ ਅਹੁਦਿਆਂ ਵਰਗੇ ਮੁੱਦਿਆਂ ਲਈ ਪਹਿਲਾਂ ਹੀ ਕਾਰਜਾਂ ਵਿੱਚ ਤੇਜ਼ੀ ਲਿਆਉਣ ਦਾ ਕੰਮ ਵੀ ਸੌਂਪ ਰਿਹਾ। ਐਬੀ ਨੇ ਕਿਹਾ ਕਿ ਪ੍ਰਾਂਤ ਬਹੁਤ ਲੋੜੀਂਦੀਆਂ ਨਵੀਆਂ ਇਕਾਈਆਂ ਦੇ ਵਿਕਾਸ ਲਈ ਉਦੇਸ਼ ਨਿਰਧਾਰਤ ਕਰਨ ਅਤੇ ਉਹਨਾਂ ਨੂੰ ਆਪਣੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਉਤਸ਼ਾਹਿਤ ਕਰਨ ਦੇ ਮਾਮਲੇ ਵਿੱਚ ਮਿਊਨਿਸਪੈਲਿਟੀਆਂ ਤੋਂ ਬਹੁਤ ਕੁਝ ਮੰਗ ਰਿਹਾ ਹੈ।
ਇਸ ਲਈ ਇਹ ਨਿਰਪੱਖ ਸੀ ਕਿ ਪ੍ਰਾਂਤ ਆਪਣੀਆਂ ਪ੍ਰਕਿਰਿਆਵਾਂ ਨੂੰ ਵੀ ਵੇਖੇ ਜੋ ਦੇਰੀ ਵਿੱਚ ਆਪਣਾ ਵਾਧਾ ਦੇਖਦੇ ਨੇ। ਇਹ ਉਪਾਅ ਅੰਸ਼ਕ ਤੌਰ ਉੱਤੇ ਨਗਰ ਪਾਲਿਕਾਵਾਂ ਦੀਆਂ ਸ਼ਿਕਾਇਤਾਂ ਦੇ ਜਵਾਬ ਵਿੱਚ ਹੈ, ਜਿਨ੍ਹਾਂ ਨੇ ਉੱਚ ਪ੍ਰਾਥਮਿਕਤਾ ਵਾਲੇ ਵਿਕਾਸ ਨੂੰ ਜਲਦਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿਰਫ ਸੁਬਾਈ ਦੇਰੀ ਦਾ ਸਾਹਮਣਾ ਕਰਨ ਲਈ। ਟਾਊਨਲਾਈਨ ਹੋਮਸ ਦੇ CEO ਡਿਲੀਵਰ ਰਿਕ ਨੇ ਇਹ ਕਦਮ ਇੱਕ ਪ੍ਰਕਿਰਿਆ ਲਈ ਇੱਕ ਚੰਗੀ ਸ਼ੁਰੂਆਤ ਹੈ ਜੋ ਅਸੰਗਤ ਹੋ ਸਕਦੀ ਹੈ ਅਤੇ ਨਤੀਜੇ ਵਜੋਂ ਪ੍ਰੋਜੈਕਟਾਂ ਵਿੱਚ ਸਾਲਾਂ ਤੱਕ ਦੇਰੀ ਹੋ ਸਕਦੀ ਹੈ। ਇਹ ਵੀ ਨਹੀਂ ਕਿਹਾ ਕਿ ਪ੍ਰਾਂਤ ਕੁਝ ਨਗਰ ਪਾਲਿਕਾਵਾਂ ਦੁਆਰਾ ਚੁੱਕੇ ਗਏ ਕਦਮਾਂ ਤੋਂ ਪ੍ਰੇਰਿਤ ਸੀ, ਜਿਵੇਂ ਕਿ ਉੱਤਰੀ ਵੈਂਕੂਵਰ ਸ਼ਹਿਰ ਵਿੱਚ ਜਿਸ ਨੇ ਬਿਲਡਰਾਂ ਲਈ ਪੂਰੀ ਤਰ੍ਹਾਂ ਡਿਜੀਟਲ ਵਨ ਸਟਾਪ ਸ਼ਾਪ ਵਿੱਚ ਆਪਣੀ ਪੂਰੀ ਪਰਮਿਟ ਪ੍ਰਕਿਰਿਆ ਦਾ ਆਧੁਨਿਕੀਕਰਨ ਕੀਤਾ ਅਤੇ ਪ੍ਰਤੀ 55 ਕਿਲੋਗ੍ਰਾਮ ਭੌਤਿਕ ਕਾਗਜ਼ੀ ਕਾਰਵਾਈ ਨੂੰ ਵੀ ਖਤਮ ਕੀਤਾ। ਮੇਅਰ ਲਿੰਡਾ ਬੁਕਾਨਨ ਦੇ ਅਨੁਸਾਰ ਹੌਲੀ ਪ੍ਰੋਸੈਸਿੰਗ ਸਮੇਂ ਦਾ ਮਤਲਬ ਹੈ ਹਾਊਸਿੰਗ ਦੀ ਹੌਲੀ ਡਿਲੀਵਰੀ ਅਤੇ ਭਾਈਚਾਰੇ ਵਿੱਚ ਉਸ ਮਕਾਨ ਦੀ ਉਡੀਕ ਨਹੀਂ ਕਰ ਸਕਦੇ ਜਿਸ ਦੀ ਉਹਨਾਂ ਨੂੰ ਲੋੜ ਹੈ। BC ਹਾਊਸਿੰਗ ਮੰਤਰੀ ਰਵੀ ਕਾਲੋ ਨੇ ਕਿਹਾ ਕਿ ਉਹ ਮਿਊਨਿਸਪੈਲਿਟੀਆਂ ਜਾਂ ਗੈਰ ਲਾਭਕਾਰੀ ਡਿਲੀਵਰਾਂ ਤੋਂ ਅਕਸਰ ਸ਼ਿਕਾਇਤ ਸੁਣਦੇ ਹਨ ਕਿ ਇੱਕ ਵਾਰ ਪ੍ਰੋਵਿੰਸ ਨੂੰ ਅਰਜ਼ੀਆਂ ਜਮ੍ਹਾਂ ਕਰ ਦਿੱਤੀਆਂ ਜਾਂਦੀਆਂ ਹਨ, ਉਹ ਅਸਪਸ਼ਟ ਹਨ ਕਿ ਕਿਹੜੀ ਏਜੰਸੀ ਅਸਲ ਵਿੱਚ ਇਸ ਦੀ ਸਮੀਖਿਆ ਕਰ ਰਹੀ ਹੈ ਜਾਂ ਇਸ ਵਿੱਚ ਕਿੰਨਾ ਸਮਾਂ ਲੱਗੇਗਾ। I would be really disappointed if the reaction were anything other than what I imagine everyone's reaction is, which is to the housing crisis, which is we need to build housing urgently for British Columbians. I can't imagine a local government that just went through the municipal elections talking to people in their communities that didn't hear about the issue of housing. Communities small and large in every part of our province. I was across the province and housing regularly topped the list for people of issues they were concerned about. Are my kids going to be able to afford to live in this community? I need supportive housing I need housing that's appropriate for my aging parents. I'm wanting to leave my parents' house and start my life, and I can't afford to do it. I can't find a place to rent. These are the issues that are front of mind for British Columbians. I know municipal leaders would have heard about it. I certainly hope that we spend our time working together on how to hit those targets instead of anything else, frankly. ਸਿਵਲ ਲਿਬਰਟੀ ਗਰੁੱਪਸ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਹਿ ਰਹੇ ਨੇ ਕਿ ਪੁਲਿਸ ਨੂੰ ਕਿਸੇ ਨੂੰ ਵੀ ਆਨਲਾਈਨ ਟਰੈਕ ਕਰਨ ਦੀ ਅਨੁਮਤੀ ਨਹੀਂ ਹੋਣੀ ਚਾਹੀਦੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ IP ਐਡਰੈਸ ਨੂੰ ਟਰੈਕ ਜਾਂ ਪ੍ਰਾਪਤ ਕਰਨ ਲਈ ਅਦਾਲਤੀ ਆਦੇਸ਼ ਹੋਣੇ ਬਹੁਤ ਜ਼ਰੂਰੀ ਹਨ। ਨਾਗਰਿਕ ਸੁਤੰਤਰਤਾ ਸਮੂਹ ਨੇ ਦਲੀਲ ਦਿੱਤੀ ਕਿ ਪੁਲਿਸ ਲੋਕਾਂ ਨੂੰ ਆਨਲਾਈਨ ਕਿਵੇਂ ਟਰੈਕ ਕਰਦੀ ਹੈ, ਇਸ ਬਾਰੇ ਹੋਰ ਰੁਕਾਵਟਾਂ ਹੋਣੀਆਂ ਚਾਹੀਦੀਆਂ ਹਨ। ਕੈਨੇਡਾ ਦੀ ਸੁਪਰੀਮ ਕੋਰਟ ਮੰਗਲਵਾਰ ਨੂੰ ਇਸ ਗੱਲ ਉੱਤੇ ਬਹਿਸ ਸੁਣੇਗੀ ਕਿ ਪੁਲਿਸ ਨੂੰ ਕਿਸੇ ਵਿਅਕਤੀ ਦਾ IP ਦਾ ਪਤਾ ਪ੍ਰਾਪਤ ਕਰਨ ਲਈ ਅਦਾਲਤੀ ਆਦੇਸ਼ ਦੀ ਲੋੜ ਹੁੰਦੀ ਹੈ। ਇੱਕ ਮਾਮਲੇ ਵਿੱਚ ਸਿਵਲ ਲਿਬਰਟੀਜ਼ ਗਰੁੱਪਾਂ ਦਾ ਕਹਿਣਾ ਹੈ ਕਿ ਕੈਨੇਡੀਅਨਸ ਦਾ ਆਨਲਾਈਨ ਉਪਯੋਗਤਾ ਦਾਅ ਵਿੱਚ ਹੈ। ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੀ ਗੋਪਨੀਯਤਾ ਟੈਕਨੋਲੋਜੀ ਅਤੇ ਨਿਗਰਾਨੀ ਦੇ ਨਿਰਦੇਸ਼ਕ ਬ੍ਰੈਂਡਾ ਮੈਕਫੇਡ ਨੇ ਇੱਕ ਇੰਟਰਵਿਊ ਵਿੱਚ ਕਿਹਾ, ਇਸ ਦੇ ਮੂਲ ਰੂਪ ਵਿੱਚ ਇਹ ਕੇਸ ਬਾਰੇ ਹੈ। CCLA ਨੇ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਦਲੀਲ ਦਿੱਤੀ ਕਿ ਲੋਕ ਬਿਨਾਂ ਵਾਰੰਟ ਦੇ ਉਹਨਾਂ ਦੀ ਪਹੁੰਚ ਦਾ ਰਿਕਾਰਡ ਪ੍ਰਾਪਤ ਕੀਤੇ ਪੁਲਿਸ ਤੋਂ ਬਿਨਾਂ ਇੰਟਰਨੈਟ ਦੀ ਵਰਤੋਂ ਕਰਨ ਦੀ ਉਮੀਦ ਰੱਖਦੇ ਨੇ। ਉਹ ਪੁਲਿਸ ਪੋਸਟ ਹੌਕ ਨਿਗਰਾਨੀ ਤੋਂ ਮੁਕਤ ਹੋਣ ਦੀ ਉਮੀਦ ਕਰਦੇ ਹਨ ਜਦੋਂ ਤੱਕ ਵਾਰੰਟੀ ਨਹੀਂ ਦਿੱਤੀ ਜਾਂਦੀ। ਸੁਪਰੀਮ ਕੋਰਟ ਦੇ ਸਾਹਮਣੇ ਕੇਸ RV ਪਾਈਕੋਵੇਟ ਅਲਬਰਟਾ ਦੇ ਇੱਕ ਵਿਅਕਤੀ ਦੇ ਆਲੇ ਦੁਆਲੇ ਕੇਂਦਰਿਤ ਹੈ ਜਿਸ ਨੂੰ ਗਿਫਟ ਕਾਰਡ ਆਨਲਾਈਨ ਖਰੀਦਣ ਲਈ ਅਣਅਧਿਕਾਰਤ ਕ੍ਰੈਡਿਟ ਕਾਰਡ ਡੇਟਾ ਦੀ ਵਰਤੋਂ ਕਰਨ ਅਤੇ ਫਿਰ ਸਟੋਰ ਵਿੱਚ ਖਰੀਦਦਾਰੀ ਕਰਨ ਲਈ ਉਹਨਾਂ ਗਿਫਟ ਕਾਰਡਾਂ ਦੀ ਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਇੱਕ ਕਰਿਆਨੇ ਦੀ ਦੁਕਾਨ ਵੱਲੋਂ ਕੈਲਗਰੀ ਪੁਲਿਸ ਨੂੰ ਸ਼ੱਕੀ ਖਰੀਦਦਾਰੀ ਫਲੈਗ ਕੀਤੇ ਜਾਣ ਤੋਂ ਬਾਅਦ ਪੁਲਿਸ ਸੇਵਾ ਨੇ ਲੈਣ ਦੇਣ ਵਿੱਚ ਸ਼ਾਮਿਲ IP ਪਤੇ ਪ੍ਰਾਪਤ ਕਰਨ ਲਈ ਮੋਨੋਰੇਸ ਕਰਿਆਨੇ ਦੀ ਦੁਕਾਨ ਦੀ ਆਨਲਾਈਨ ਵਿਕਰੀ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਨਾਲ ਸੰਪਰਕ ਕੀਤਾ ਸੀ।
ਮੋਨੇਰਿਸ ਦੁਆਰਾ IP ਅਤੇ ਪ੍ਰਦਾਨ ਕਰਨ ਲਈ ਤੋਂ ਬਾਅਦ ਪੁਲਿਸ ਨੇ ਇੰਟਰਨੈਟ ਪ੍ਰਦਾਤਾ ਨੂੰ ਗ੍ਰਾਹਕ ਦੀ ਪਛਾਣ ਕਰਨ ਲਈ ਮਜਬੂਰ ਕਰਨ ਲਈ ਇੱਕ ਉਤਪਾਦਨ ਆਰਡਰ ਪ੍ਰਾਪਤ ਕਰਨ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ। ਇਹ ਪਹਿਲਾਂ ਹੀ ਸਥਾਪਿਤ ਕਾਨੂੰਨ ਹੈ ਕਿ ਪੁਲਿਸ ਨੂੰ ਟੈਲੀਕਾਮ ਕੰਪਨੀਆਂ ਤੋਂ ਗ੍ਰਾਹਕਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰੋਡਕਸ਼ਨ ਆਰਡਰ ਦੀ ਲੋੜ ਹੁੰਦੀ ਹੈ। ਹੁਣ ਸੁਪਰੀਮ ਕੋਰਟ ਦੇ ਸਾਹਮਣੇ ਮੁੱਦਾ ਇਹ ਹੈ ਕਿ IP ਐਡਰੈਸ ਪ੍ਰਾਪਤ ਕਰਨ ਲਈ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਵੀ ਅਦਾਲਤ ਜਾਣਾ ਚਾਹੀਦਾ ਹੈ। ਇਸ ਦੇ ਨਾਲ ਦਲੀਲ ਦਿੱਤੀ ਹੈ ਕਿ ਇੱਕ ਗੋਪਨੀਯਤਾ ਦੀ ਦਿਲਚਸਪੀ ਉਦੋਂ ਵੱਧਦੀ ਹੈ ਜਦੋਂ ਪੁਲਿਸ ਇੱਕ IP ਐਡਰੈਸ ਨੂੰ ਗ੍ਰਾਹਕਾਂ ਦੀ ਜਾਣਕਾਰੀ ਨਾਲ ਲਿੰਕ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਅਜਿਹਾ ਕਰਨ ਲਈ ਇੱਕ ਪ੍ਰੋਡਕਸ਼ਨ ਆਰਡਰ ਲਈ ਕਾਨੂੰਨ ਤੌਰ ਉੱਤੇ ਅਰਜ਼ੀ ਦਿੱਤੀ। ਪਰ CCLA ਦਾ ਕਹਿਣਾ ਹੈ ਕਿ ਇੱਕ IP ਪਤੇ ਵਿੱਚ ਜਾਣਕਾਰੀ ਸੈੱਲ ਟਾਵਰ ਡੇਟਾ ਵਿੱਚ ਮਿਲਦੀ ਜਾਣਕਾਰੀ ਦੇ ਸਮਾਨ ਹੈ, ਜਿਸ ਤੱਕ ਪਹੁੰਚ ਕਰਨ ਲਈ ਪੁਲਿਸ ਨੂੰ ਅਦਾਲਤੀ ਅਧਿਕਾਰ ਦੀ ਲੋੜ ਹੁੰਦੀ ਹੈ। ਇਸ ਦੇ ਦਲੀਲ ਦਿੱਤੀ ਕਿ ਇੱਕ IP ਐਡਰੈਸ ਪੀਰੀਅਡਾਂ ਦੁਆਰਾ ਵੱਖ ਕੀਤੇ ਨੰਬਰਾਂ ਦੀ ਇੱਕ ਲੜੀ ਨਾਲੋਂ ਬਹੁਤ ਜ਼ਿਆਦਾ ਹੈ। ਇਸ ਵਿੱਚ ਸਥਾਨ ਅਤੇ ਉਪਭੋਗਤਾਵਾਂ ਦੇ ਇੰਟਰਨੈਟ ਸੇਵਾ ਪ੍ਰਦਾਤਾ ਬਾਰੇ ਜਾਣਕਾਰੀ ਸ਼ਾਮਿਲ ਹੈ ਅਤੇ ਜਿਵੇਂ ਕਿ ਪੁਲਿਸ ਨੂੰ ਇੱਕ ਇੰਟਰਨੈਟ ਉਪਭੋਗਤਾ ਦੀ ਪਛਾਣ ਕਰਨ ਲਈ ਆਧਾਰ ਪ੍ਰਦਾਨ ਕਰਦਾ ਹੈ। ਇੱਕ IP ਐਡਰੈਸ ਤਿਆਰ ਕੀਤੇ ਬਿਨਾਂ ਕੋਈ ਵੀ ਜਾਣਕਾਰੀ ਆਨਲਾਈਨ ਪ੍ਰਸਾਰਿਤ ਜਾਂ ਪ੍ਰਾਪਤ ਨਹੀਂ ਹੋ ਸਕਦੀ। ਲੋਕ ਆਪਣੀਆਂ ਗਤੀਵਿਧੀਆਂ ਨੂੰ ਸਮਝਦੇ ਹੋਏ ਲੈਣ ਦੇਣ ਕਰਨ ਦੀ ਉਮੀਦ ਕਰਦੇ ਨੇ। ਜਿਵੇਂ ਕਿ ਕੋਈ ਜੱਜ ਇਜਾਜ਼ਤ ਦਿੰਦਾ ਹੈ ਤਾਂ ਪੁਲਿਸ ਉਹਨਾਂ ਦੀਆਂ ਇੰਟਰਨੈਟ ਗਤੀਵਿਧੀਆਂ ਨੂੰ ਐਕਸੈਸ ਕਰਨ ਦੇ ਯੋਗ ਹੋਵੇਗੀ। CCLA ਨੇ ਇਹ ਵੀ ਕਿਹਾ, ਮਾਮਲੇ ਵਿੱਚ ਇੱਕ ਮਾਹਿਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਤੀਜੀ ਧਿਰ ਦੀਆਂ ਵੈਬਸਾਈਟਾਂ ਜਿਵੇਂ ਕਿ Google ਅਤੇ Facebook IP ਐਡਰੈਸ ਨਾਲ ਸੰਬੰਧਿਤ ਗਤੀਵਿਧੀ ਨੂੰ ਟਰੈਕ ਕਰਦੀਆਂ ਰਹਿੰਦੀਆਂ ਹਨ। ਉਹਨਾਂ ਕੋਲ ਇੰਟਰਨੈਟ ਪ੍ਰਦਾਤਾ ਦੇ ਤਰੀਕੇ ਨਾਲ IP ਪਤੇ ਦੇ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਛਾਣ ਤੱਕ ਪਹੁੰਚ ਨਹੀਂ ਹੈ, ਪਰ ਵਿਅਕਤੀ ਦੀ ਸਿਧਾਂਤਕ ਤੌਰ ਉੱਤੇ ਉਸ ਆਨਲਾਈਨ ਗਤੀਵਿਧੀ ਦੁਆਰਾ ਪਛਾਣ ਕੀਤੀ ਜਾ ਸਕਦੀ ਹੈ। ਉਦਾਹਰਣ ਲਈ ਕਿਸੇ ਵਿਅਕਤੀ ਦੇ ਨਾਮ ਦੇ ਵਰਤੋਂ ਕਰਦੇ ਈਮੇਲ ਪਤੇ ਵਿੱਚ ਲੌਗਇਨ ਕਰਨ ਦੇ ਮਾਮਲੇ ਵਿੱਚ ਅਤੇ ਇੱਕ ਨੇੜਲੇ ਸਟੋਰ ਲਈ ਦਿਸ਼ਾਵਾਂ ਦੀ ਤਲਾਸ਼ ਕਰਦੇ ਹੋਏ ਰਿਪੋਰਟ ਵਿੱਚ ਇਹੀ ਕਿਹਾ ਗਿਆ ਸੀ। ਰਿਪੋਰਟ ਵਿੱਚ ਨੋਟ ਕੀਤਾ ਗਿਆ ਕਿ ਅਜਿਹੀ ਪਛਾਣ ਤਾਂ ਹੀ ਸੰਭਵ ਹੋਵੇਗੀ ਜੇਕਰ ਕਿਸੇ ਖਾਸ ਇੰਟਰਨੈਟ ਉਪਭੋਗਤਾ ਦੀ ਪਛਾਣ ਸਿੱਖਣ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਤੀਜੀ ਧਿਰ ਦੀ ਕੰਪਨੀ ਜਾਂ ਕੰਪਨੀਆਂ ਦੁਆਰਾ ਲੌਗ ਕੀਤੇ ਜਾਣਕਾਰੀ ਤੱਕ ਪਹੁੰਚ ਕਰਨ ਦੇ ਯੋਗ ਹੋਵੇਗਾ। 2024 ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ, ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ISP ਤੋਂ ਗ੍ਰਾਹਕ ਦੀ ਪਛਾਣ ਪ੍ਰਾਪਤ ਕਰਨ ਲਈ ਪੁਲਿਸ ਨੂੰ ਅਦਾਲਤ ਦੀ ਮਨਜ਼ੂਰੀ ਲੈਣੀ ਚਾਹੀਦੀ ਹੈ। ਇੰਟਰਨੈਟ ਸੇਵਾਵਾਂ ਪ੍ਰਦਾਤਾ ਲਈ ਗ੍ਰਾਹਕਾਂ ਦੀ ਜਾਣਕਾਰੀ ਸਿਰਫ ਪੁਲਿਸ ਦੀ ਬੇਨਤੀ ਦੇ ਆਧਾਰ ਉੱਤੇ ਸੌਂਪਣਾ ਆਮ ਗੱਲ ਹੋ ਚੁੱਕੀ ਹੈ। ਉੱਥੇ ਹੀ BC ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਡੀਜ਼ਲ ਤੋਂ ਰੀਨਿਊਏਬਲ એનર્ਜੀ ਵੱਲ ਵਧਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ 12 ਰਿਮੋਟ ਫਰਸਟ ਨੇਸ਼ਨਸ ਨੂੰ ਡੀਜ਼ਲ ਤੋਂ ਰੀਨਿਊਏਬਲ એનર્ਜੀ ਤੱਕ ਵਧਣ ਦੀ ਮਦਦ ਲਈ $7.1 ਮਿਲੀਅਨ ਦਾ ਪ੍ਰਸਤਾਵ ਦਿੱਤਾ ਗਿਆ ਹੈ। BC ਸਰਕਾਰ ਦੂਰ ਦਰਾੜੇ ਦੇ ਭਾਈਚਾਰਿਆਂ ਨੂੰ ਡੀਜ਼ਲ ਤੋਂ ਰੀਨਿਊਏਬਲ એનર્ਜੀ ਵੱਲ ਲਿਜਾਣ ਲਈ ਲੱਖਾਂ ਡਾਲਰ ਦੇਣ ਨੂੰ ਤਿਆਰ ਹੈ। ਸੂਬਾਈ ਸਰਕਾਰ 12 ਰਿਮੋਟ ਫਰਸਟ ਨੇਸ਼ਨ ਉਹਨਾਂ ਦੇ ਭਾਈਚਾਰਿਆਂ ਨੂੰ ਸ਼ਕਤੀ ਦੇਣ ਲਈ ਡੀਜ਼ਲ ਤੋਂ ਰੀਨਿਊਏਬਲ એનર્ਜੀ ਵਿੱਚ ਬਦਲਣ ਦੀ ਮਦਦ ਕਰਨ ਲਈ $7 ਮਿਲੀਅਨ ਦੇ ਰਹੀ ਹੈ। ਇਹ ਪੈਸਾ BC ਦੇ 44 ਦੂਰ ਦਰਾੜੇ ਭਾਈਚਾਰਿਆਂ ਨੂੰ ਵਿਕਲਪ ਊਰਜਾ ਪ੍ਰੋਜੈਕਟ ਵਿਕਸਿਤ ਕਰਨ ਅਤੇ ਊਰਜਾ ਕੁਸ਼ਲਤਾ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ 3 ਸਾਲ ਵਿੱਚ ਇਸ ਰਕਮ ਨੂੰ ਖਰਚਣ ਲਈ ਸਥਾਪਿਤ ਕੀਤੇ $29 ਮਿਲੀਅਨ ਕਮਿਊਨਿਟੀ એનર્ਜੀ ਡੀਜ਼ਲ ਰਿਕਰਜਨ ਪ੍ਰੋਗਰਾਮ ਤੋਂ ਆਵੇਗਾ। ਇਹਨਾਂ ਭਾਈਚਾਰਿਆਂ ਦੀ ਬਹੁਗਿਣਤੀ ਫਰਸਟ ਨੇਸ਼ਨ ਹੈ। ਊਰਜਾ ਮੰਤਰੀ ਜੋਸੀ ਔਸਬਰਨ ਨੇ ਕਿਹਾ ਕਿ BC NDP ਦੇ 2030 ਤੱਕ ਦੂਰ ਦਰਾੜੇ ਦੇ ਭਾਈਚਾਰਿਆਂ ਵਿੱਚ ਡੀਜ਼ਲ ਬਿਜਲੀ ਉਤਪਾਦਨ ਨੂੰ 80% ਤੱਕ ਘਟਾਉਣ ਦਾ ਟੀਚਾ ਰੱਖਦੀ ਹੈ। ਬਾਇਓਮਾਸ ਦੁਆਰਾ ਸੰਚਾਲਿਤ ਬਣਾਉਣ ਲਈ $3,50,000 ਪ੍ਰਾਪਤ ਹੋਣਗੇ। ਗਰਮੀ ਅਤੇ ਬਿਜਲੀ ਲਈ ਪ੍ਰਣਾਲੀ ਅਤੇ ਹੈਡਾ ਨੇਸ਼ਨ, ਜਿਸ ਨੂੰ ਹੈਡਾ ਗਵਾਈ ਦੇ ਉੱਤਰੀ ਗ੍ਰਿਡ ਉੱਤੇ 2 ਮੈਗਾਵਾਟ ਸੂਰਜੀ ਫਾਰਮ ਨੂੰ ਵਿਕਸਿਤ ਕਰਨ ਅਤੇ ਬਣਾਉਣ ਲਈ $2 ਮਿਲੀਅਨ ਪ੍ਰਾਪਤ ਹੋਣਗੇ। ਔਸਬਰਨ ਨੇ ਕਿਹਾ ਕਿ 2019 BC ਦੇ ਦੂਰ ਦਰਾੜੇ ਦੇ ਭਾਈਚਾਰਿਆਂ ਨੇ ਘੱਟੋ ਘੱਟ 19 ਮਿਲੀਅਨ ਲੀਟਰ ਡੀਜ਼ਲ ਨੂੰ ਸਾੜਿਆ,
ਜੋ ਕਿ 51,780 ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਹੈ। ਪ੍ਰੋਗਰਾਮ ਰਿਮੋਟ ਫਰਸਟ ਨੇਸ਼ਨ ਕਮਿਊਨਿਟੀਆਂ ਲਈ ਸਰਕਾਰੀ ਸਹਾਇਤਾ ਵਿੱਚ ਇੱਕ ਮਹੱਤਵਪੂਰਨ ਸੁਧਾਰ ਹੈ। ਪੈਂਟਨ ਨੇ ਕਿਹਾ, ਅੱਜ ਇਹ ਸਪਸ਼ਟ ਹੈ ਕਿ ਸੀਨੀਅਰ ਸਰਕਾਰਾਂ ਬਿਜਲੀ ਉਤਪਾਦਨ ਲਈ ਡੀਜ਼ਲ ਦੀ ਕਟੌਤੀ ਲਈ ਗੰਭੀਰ ਹੋਣਗੀਆਂ। ਉਹਨਾਂ ਨੇ ਐਪਲੀਕੇਸ਼ਨ ਸਹਾਇਤਾ ਸਮੱਗਰੀ ਤਿਆਰ ਕਰਨ, ਐਪਲੀਕੇਸ਼ਨਾਂ ਨੂੰ ਪੂਰਾ ਕਰਨ ਅਤੇ ਸਰਕਾਰਾਂ ਅਤੇ ਵਿਭਾਗਾਂ ਵਿੱਚ ਮਲਟੀਪਲ ਫੰਡਿੰਗ ਪ੍ਰੋਗਰਾਮਾਂ ਨੂੰ ਨੈਵੀਗੇਟ ਕਰਨ ਵਿੱਚ ਸਹਾਇਤਾ ਲਈ ਸਟਾਫ ਦੇ ਨਾਲ ਆਪਣੇ ਪ੍ਰੋਗਰਾਮਾਂ ਦਾ ਸੰਚਾਲਨ ਕੀਤਾ। ਸਾਡੀ ਸਮਰੱਥਾ ਅਤੇ ਨੈਤਿਕ ਸਮਰਥਨ ਨੂੰ ਵਧਾਉਣ ਇੱਕ ਗੇਮ ਬਦਲਣ ਵਾਲਾ ਹੈ। ਪ੍ਰੋਗਰਾਮ ਫੰਡਿੰਗ ਦੇ ਦੂਜੇ ਦੌਰ ਦਾ ਐਲਾਨ ਜਲਦੀ ਹੀ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। 2023 ਵਿੱਚ ਸਰੀ ਵਿੱਚ ਟੈਕਸ ਪੇਅਰ ਲਈ ਜੀਵਨ ਹੋਰ ਮਹਿੰਗੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ 2023 ਵਿੱਚ ਪਾਣੀ, ਸੀਵਰੇਜ, ਡਰੇਨ ਅਤੇ ਹੋਰ ਰਹਿਣ-ਸਹਿਣ ਦੀਆਂ ਸਹੂਲਤਾਂ ਦੀਆਂ ਦਰਾਂ ਵਿੱਚ ਵਾਧਾ ਹੋ ਸਕਦਾ ਹੈ। ਜੇਕਰ ਕੌਂਸਲ ਸਰੀ ਸਟਾਫ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਸਰੀ ਯੂਟਿਲਿਟੀ ਰੇਟਾਂ ਵਿੱਚ ਵਾਧਾ ਹੋਣ ਵਾਲਾ ਹੈ। ਸਰੀ ਸ਼ਹਿਰ ਦਾ ਸਟਾਫ ਕੌਂਸਲ ਨੂੰ 2023 ਵਿੱਚ ਪਾਣੀ, ਸੀਵਰੇਜ, ਡਰੇਨੇਜ ਅਤੇ ਠੋਸ ਰਹਿੰਦ-ਖੂੰਹਦ ਦੀਆਂ ਸਹੂਲਤਾਂ ਦੀਆਂ ਦਰਾਂ ਵਿੱਚ ਵਾਧਾ ਕਰਨ ਦੀ ਅਪੀਲ ਕਰਦਾ ਹੈ। ਜੇਕਰ ਕੌਂਸਲ 30 ਜਨਵਰੀ ਨੂੰ ਪਾਣੀ, ਸੀਵਰੇਜ, ਡਰੇਨੇਜ ਵਧਾਉਣ ਲਈ ਸਿਟੀ ਸਟਾਫ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਸਰੀ ਦੇ ਟੈਕਸ ਦਾਤਾਵਾਂ ਲਈ ਜੀਵਨ ਹੋਰ ਮਹਿੰਗਾ ਹੋ ਸਕਦਾ ਹੈ ਅਤੇ 2023 ਵਿੱਚ ਠੋਸ ਰਹਿੰਦ-ਖੂੰਹਦ ਦੀਆਂ ਉਪਯੋਗਤਾਵਾਂ ਦਰਾਂ ਵਿੱਚ ਵੀ ਅਸਰ ਪੈ ਸਕਦਾ ਹੈ। ਸਰੀ ਦੇ ਵਿੱਤ ਦੇ ਜਨਰਲ ਮੈਨੇਜਰ ਕਮ ਗਰੇਵਾਲ ਅਤੇ ਸਿਟੀ ਮੈਨੇਜਰ ਵਿੰਸੈਂਟ ਦੁਆਰਾ ਲਿਖੀ ਗਈ ਇੱਕ ਕਾਰਪੋਰੇਟ ਰਿਪੋਰਟ ਸ਼ਹਿਰ ਦੀ ਵਿੱਤ ਕਮੇਟੀ ਨੂੰ ਸਰੀ ਵਿੱਚ 2023 5 ਸਾਲਾਂ ਦੀ ਤਿਆਰੀ ਵਿੱਚ ਦਰਾਂ ਐਡਜਸਟਮੈਂਟਾਂ ਨੂੰ ਮਨਜ਼ੂਰੀ ਦੇਣ ਦੀ ਅਪੀਲ ਕਰਦੀ ਹੈ। ਰਿਪੋਰਟ ਨੋਟ ਕਰਦੀ ਹੈ, ਸਵੈ ਫੰਡ ਵਾਲੇ ਪ੍ਰੋਗਰਾਮ ਜਿਨ੍ਹਾਂ ਨੂੰ ਉਪਯੋਗਤਾਵਾਂ ਵਜੋਂ ਹੀ ਜਾਣਿਆ ਜਾਂਦਾ ਹੈ, ਉਪਭੋਗਤਾਵਾਂ ਭੁਗਤਾਨ ਪਹੁੰਚ ਦੀ ਪਾਲਣਾ ਕਰਦੇ ਹਨ, ਜਿਸ ਨੂੰ ਸਿਟੀ ਨੇ ਮੌਜੂਦਾ ਅਤੇ ਪਿਛਲੇ ਸਾਲਾਂ ਦੇ ਬਜਟ ਵਿੱਚ ਲਗਾਤਾਰ ਲਾਗੂ ਕੀਤਾ। ਰਿਪੋਰਟ ਔਸਤ ਮੀਟਰ ਵਾਲੇ ਸਿੰਗਲ ਪਰਿਵਾਰਕ ਨਿਵਾਸ ਲਈ ਪ੍ਰਤੀ ਸਾਲ $13.54 ਦੇ ਕੁੱਲ ਵਾਧੇ ਦੀ ਸਿਫਾਰਿਸ਼ ਕਰਦੀ ਹੈ ਅਤੇ ਜੋ ਪ੍ਰਤੀ ਸਾਲ 360 ਕਿਊਬਿਕ ਮੀਟਰ ਪਾਣੀ ਦੀ ਖਪਤ ਕਰਦਾ ਹੈ। ਔਸਤ ਕਾਰੋਬਾਰ ਲਈ $75.20 ਪ੍ਰਤੀ ਸਾਲ, ਜੋ ਕਿ ਪ੍ਰਤੀ ਸਾਲ 2000 ਕਿਊਬਿਕ ਮੀਟਰ ਪਾਣੀ ਦੀ ਖਪਤ ਕਰਦਾ ਹੈ ਅਤੇ ਇਹ ਵੀ ਸਿਫਾਰਿਸ਼ ਕਰਦਾ ਹੈ ਕਿ ਔਸਤ ਰਿਹਾਇਸ਼ੀ ਅਤੇ ਵਪਾਰਕ ਸੰਪਤੀਆਂ ਲਈ ਵਾਟਰ ਮੀਟਰ ਬੇਸ ਚਾਰਜ ਵਿੱਚ $6 ਅਤੇ $12 ਦਾ ਵਾਧੂ ਲਾਗਾ ਹੋਣਾ ਚਾਹੀਦਾ ਹੈ, ਜਿਨ੍ਹਾਂ ਟੈਕਸ ਦਾਤਾਵਾਂ ਕੋਲ ਪਾਣੀ ਦਾ ਮੀਟਰ ਨਹੀਂ ਹੈ। ਉਹਨਾਂ ਦੇ ਫਲੈਟ ਵਾਟਰ ਰੇਟ ਨੂੰ ਗੈਰ ਮੀਟਰ ਵਾਲੇ ਖਾਤਿਆਂ ਦੁਆਰਾ ਪਾਣੀ ਦੀ ਔਸਤ ਪਾਣੀ ਦੀ ਖਪਤ ਦੇ ਆਧਾਰ ਉੱਤੇ ਪ੍ਰਤੀ ਸਾਲ $30.8 ਦਾ ਵਾਧਾ ਕੀਤਾ ਜਾਵੇਗਾ। ਰਿਹਾਇਸ਼ੀ ਗ੍ਰਾਹਕਾਂ ਲਈ ਪ੍ਰਤੀ ਸਾਲ 800 ਕਿਊਬਿਕ ਮੀਟਰ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਗ੍ਰੇਟਰ ਵੈਨਕੂਵਰ ਵਾਟਰ ਡਿਸਟ੍ਰਿਕਟ ਬਲਕ ਵਾਟਰ ਦੀਆਂ ਦਰਾਂ 5 ਸਾਲਾਂ ਯੋਜਨਾ ਦੇ ਬਾਕੀ 4 ਸਾਲਾਂ ਵਿੱਚੋਂ ਹਰੇਕ ਲਈ ਔਸਤਨ 12.35% ਪ੍ਰਤੀ ਸਾਲ ਵਧਣ ਦੀ ਉਮੀਦ ਹੈ। ਰਿਪੋਰਟ ਦਰਸਾਉਂਦੀ ਹੈ, ਸੀਵਰ ਉਪਯੋਗਤਾਵਾਂ ਦਰਾਂ ਲਈ ਸ਼ਹਿਰ ਦਾ ਸਟਾਫ ਔਸਤ ਮੀਟਰਡ ਸਿੰਗਲ ਫੈਮਿਲੀ ਨਿਵਾਸ ਲਈ ਪ੍ਰਤੀ ਸਾਲ $31 ਅਤੇ ਕਾਰੋਬਾਰਾਂ ਲਈ $174 ਪ੍ਰਤੀ ਸਾਲ ਦੇ ਵਾਧੇ ਦੀ ਸਿਫਾਰਿਸ਼ ਕਰ ਰਿਹਾ ਹੈ, ਜਦੋਂ ਕਿ ਫਲੈਟ ਦਰਾਂ ਉੱਤੇ ਵਸਨੀਕ ਪ੍ਰਤੀ ਸਾਲ 65 ਤੋਂ ਵੱਧ ਹੋਰ ਵਧਾ ਸਕਦੇ ਨੇ। ਜੇਕਰ ਕੌਂਸਲ ਇਸ ਕਾਰਪੋਰੇਟ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਅਪਣਾਉਂਦੀ ਹੈ ਤਾਂ ਕੂੜਾ ਇਕੱਠਾ ਕਰਨ ਦੀਆਂ ਸੇਵਾਵਾਂ ਵੀ ਹੋਰ ਮਹਿੰਗੀਆਂ ਹੋ ਜਾਣਗੀਆਂ। ਪਿਛਲੇ ਸਾਲ ਸਿੰਗਲ ਅਤੇ ਬਹੁਪਰਿਵਾਰਕ ਪਰਿਵਾਰਾਂ ਲਈ ਕੂੜਾ, ਰੀਸਾਈਕਲਿੰਗ ਅਤੇ ਜੈਵਿਕ ਸੰਗ੍ਰਹਿ ਲਈ ਐਬ $315.90 ਪ੍ਰਤੀ ਸਾਲ ਅਤੇ ਸੈਕੰਡਰੀ ਸੂਟ ਗ੍ਰਾਹਕਾਂ ਲਈ $155 ਤੋਂ ਵੀ ਜ਼ਿਆਦਾ ਸੀ। ਰਿਪੋਰਟ ਦਰਸਾਉਂਦੀ ਹੈ ਕਿ ਮੈਟਰੋ ਵੈਨਕੂਵਰ ਵਿੱਚ 2023 ਵਿੱਚ ਟਿਪਿੰਗ ਫੀਸ ਚਾਰਜ 5% ਜਾਂ $6 ਪ੍ਰਤੀ ਟਨ 127 ਪ੍ਰਤੀ ਟਨ ਟਿਪਿੰਗ ਵਿੱਚ ਫੀਸ ਦੀ ਨਾਲ ਵਧੇਗੀ। ਮੈਟਰੋ ਵੈਨਕੂਵਰ ਇਹ ਵੀ ਅਨੁਮਾਨ ਲਗਾ ਰਿਹਾ ਹੈ ਕਿ ਸਾਲ 2024 ਤੋਂ ਲੈ ਕੇ 2026 ਤੱਕ ਸੋਲਿਡ ਵੇਸਟ ਟਿਪਿੰਗ ਫੀਸ ਵਿੱਚ $7 ਪ੍ਰਤੀ ਟਨ ਸਾਲਾਨਾ ਅਤੇ 2027 ਵਿੱਚ $8 ਦਾ ਵਾਧਾ ਹੋਵੇਗਾ। ਰਿਪੋਰਟ ਵਿੱਚ ਅੱਗੇ ਕਿਹਾ ਗਿਆ
2023 ਲਈ ਸਰੀ ਸ਼ਹਿਰ ਦਾ ਸਟਾਫ 5.6% ਵਾਧੇ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕਰ ਰਿਹਾ ਹੈ। ਸਿੰਗਲ ਪਰਿਵਾਰ ਅਤੇ ਬਹੁ ਪਰਿਵਾਰਕ ਗ੍ਰਾਹਕਾਂ ਲਈ $333 ਦੀ ਸਾਲਾਨਾ ਉਗਰਾਹੀ ਦਰ ਅਤੇ ਸੈਕੰਡਰੀ ਸੂਟ ਗ੍ਰਾਹਕਾਂ ਲਈ $165 ਦੀ ਹੋਵੇਗੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਟਾਫ ਆਪਰੇਸ਼ਨ ਰੀਸਾਈਕਲਿੰਗ ਗ੍ਰਾਹਕਾਂ ਲਈ $1.80 ਤੋਂ ਲੈ ਕੇ $34 ਤੱਕ ਅਤੇ ਆਪਰੇਸ਼ਨ ਰੀਸਾਈਕਲਿੰਗ ਅਤੇ ਜੈਵਿਕ ਗ੍ਰਾਹਕਾਂ ਲਈ $2 ਤੋਂ ਵੱਧ ਹੋ ਸਕਦੀ ਹੈ। ਅੱਜ ਦੇ ਖਬਰਾਂ ਦੇ ਇਸ ਖਾਸ ਸਿਲਸਿਲੇ ਵਿੱਚ ਬਸ ਇੰਨਾ ਹੀ। ਪਰ ਦੇਸ਼ ਵਿਦੇਸ਼ ਦੀਆਂ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹਿਣਾ ਟੀਵੀ ਪੰਜਾਬ। ਪਰ ਜਾਣ ਤੋਂ ਪਹਿਲਾਂ ਇੱਕ ਆਖਰੀ ਨਜ਼ਰ ਅੱਜ ਦੀਆਂ ਖਾਸ ਹੈਡਲਾਈਨਸ ਤੇ। ਕੈਨੇਡੀਅਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਰੱਦ ਹੋਣ ਦਾ ਸਿਲਸਿਲਾ। ਅਰਜ਼ੀ ਨੂੰ ਅਸਵੀਕਾਰ ਕਰਨ ਦੇ ਫੈਸਲੇ ਨੂੰ ਦਿੱਤੀ ਜਾ ਸਕਦੀ ਹੈ ਚੁਣੌਤੀ। ਰਿਹਾਇਸ਼ ਲਈ ਮਨਜ਼ੂਰੀਆਂ ਨੂੰ ਕੀਤਾ ਜਾਵੇਗਾ ਤੇਜ਼। ਪ੍ਰੀਮੀਅਰ ਡੇਵਿਡ ਐਬੀ ਨੇ ਕੀਤਾ ਵਾਅਦਾ। ਗ੍ਰਾਹਕ ਦੀ ਪਛਾਣ ਪ੍ਰਾਪਤ ਕਰਨ ਉੱਤੇ ਵੱਡੀ ਚਰਚਾ। ਕਿਹਾ ਪੁਲਿਸ ਨੂੰ ਅਦਾਲਤ ਦੀ ਲੈਣੀ ਚਾਹੀਦੀ ਹੈ ਮਨਜ਼ੂਰੀ। ਲੋਕਾਂ ਨੂੰ ਡੀਜ਼ਲ ਤੋਂ ਦੂਰ ਰੱਖਣ ਲਈ ਸਰਕਾਰ ਦੀ ਪਹਿਲਕਦਮੀ। ਬਦਲਾਅ ਲਾਉਣ ਲਈ ਦਿੱਤਾ ਜਾ ਰਿਹਾ $7 ਮਿਲੀਅਨ। 2023 ਵਿੱਚ ਸਰੀ ਦੇ ਟੈਕਸ ਦਾਤਾਵਾਂ ਲਈ ਜੀਵਨ ਹੋਵੇਗਾ ਮਹਿੰਗਾ। ਵੱਧ ਸਕਦੀਆਂ ਨੇ ਰਹਿੰਦ ਖੂੰਹਦ ਦੀਆਂ ਉਪਯੋਗਤਾ ਦਰਾਂ।